ਤੇ ਹੁਣ ਆਰਐਸਐਸ ਤੇ ਬੀਜੇਪੀ ਆਰਐਸਐਸ ਦੀ ਜਿਹੜੀ ਇਕਾਈ ਹੈ ਉਸ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰ ਕਰਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ, ਵਿਰੋਧ ਕੀਤਾ ਜਾ ਰਿਹਾ ਬੀਜੇਪੀ ਦੇ ਖਿਲਾਫ। ਕਮਲ ਦੇਖੋ, ਜਿਹੜੀ ਆਰਐਸਐਸ ਆ ਬੇਸਿਕਲੀ ਇਹ ਇੱਕ ਮੇਨ ਜਿਹੜੀ ਇਕਾਈ ਆ, ਉਹਦੇ 'ਚ ਬੀਜੇਪੀ, ਬਜਰੰਗ ਦਲ, ਹਿੰਦੂ ਸੰਗਠਨ ਜਿਹੜੇ ਹੋਰ ਵੀ ਹੈਗੇ ਨੇ ਕਈ, ਉਹ ਇਹਦੀਆਂ ਸ਼ਾਖਾਵਾਂ ਨੇ ਜਿਹੜੇ ਇਹਦੇ ਵਿੱਚੋਂ ਨਿਕਲ ਕੇ ਚੱਲ ਰਹੇ ਨੇ, ਹੈ ਨਾ, ਜਿਨ੍ਹਾਂ ਦੇ ਅਲੱਗ-ਅਲੱਗ ਸੰਸਥਾਵਾਂ ਦੇ ਇਹਨਾਂ ਦੇ ਪ੍ਰਧਾਨ ਬਣੇ ਹੋਣੇ ਦਾ ਅਹੁਦੇਦਾਰ, ਸਾਰਿਆਂ ਨੂੰ ਜਿਹੜੀ ਕਿ ਮੇਜਰ ਕੰਟਰੋਲ ਕਰਦੀ ਆ ਉਹ ਹੈਗੀ ਆ ਆਰਐਸਐਸ। ਜਦੋਂ ਵੀ ਜਿਹੜੀ ਸਰਕਾਰ ਹੁੰਦੀ ਆ ਉਹ ਆਪਣੀ ਜਥੇਬੰਦੀ ਨੂੰ ਪੂਰਾ ਬੜਾਵਾ ਦਿੰਦੀ ਆ, ਚਾਹੇ ਉਹ ਪੰਜਾਬ ਰੋਡਵੇਜ਼ ਦੀ ਹੋਵੇ, ਚਾਹੇ ਉਹ ਇੰਟਕ ਹੋਵੇ, ਚਾਹੇ ਬਿਜਲੀ ਬੋਰਡ ਹੋਵੇ, ਚਾਹੇ ਕਰਮਚਾਰੀ ਦਲ ਹੋਵੇ, ਚਾਹੇ ਅਧਿਆਪਕ ਫਰੰਟ ਹੋਵੇ, ਇਹ ਸਾਰੇ ਕਿਤੇ ਨਾ ਕਿਤੇ ਜਿਹੜੇ ਜਿੰਨੇ ਵੀ ਮੁਲਾਜ਼ਮ ਸੰਘਰਸ਼ ਫਰੰਟ ਨੇ ਇਹ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ। ਹੁਣ ਇਹੀ ਕਾਰਨ ਹੋ ਰਿਹਾ ਕਿ ਜਿੱਥੇ ਕਿਸਾਨਾਂ ਦਾ ਅੰਦੋਲਨ ਬਰਾਬਰ ਚੱਲ ਰਿਹਾ, ਉਹਦੇ ਬਰਾਬਰ ਹੀ ਆਰਐਸਐਸ ਵੱਲੋਂ ਜਿਹੜੀ ਉਹਨਾਂ ਦੀ ਜਥੇਬੰਦੀ ਆ ਸੰਘ, ਉਹਨੇ ਇੱਕ ਆਪਣਾ ਜਿਹੜਾ ਪੈਰਲਲ ਪ੍ਰੋਗਰਾਮ ਚਲਾ ਰਿਹਾ, ਸਰਕਾਰ 'ਤੇ ਦਬਾਅ ਬਣਾ ਰਹੇ ਨੇ ਕਿ ਇਹਨਾਂ ਮੰਗਾਂ ਨੂੰ ਮੰਨਿਆ ਜਾਵੇ। ਹੁਣ ਕੱਲ੍ਹ ਨੂੰ ਕਿਤੇ ਗੱਲਬਾਤ ਹੋਊਗੀ, ਮੰਨ ਲਓ 32 ਜਥੇਬੰਦੀਆਂ ਦਾ, 30 ਜਥੇਬੰਦੀਆਂ ਦਾ ਇੱਕ ਫੈਸਲਾ ਹੁੰਦਾ ਹੈ ਕਿ ਅਸੀਂ ਇਹ ਕਰਨਾ, ਇੱਕ ਸਰਕਾਰ ਹੈ ਜਿਹੜੀ ਮੰਗਾਂ ਮੰਨਣ ਵਾਸਤੇ ਕੋਈ ਮੀਟਿੰਗ ਕਰਦੀ ਹੈ, ਤਾਂ ਉਹਨਾਂ ਆਗੂਆਂ ਨੂੰ ਵੀ ਵਿੱਚ ਬੁਲਾਉਂਗੀ, ਤਾਂ ਉਹ ਜਿਹੜੇ ਆਗੂ ਨੇ ਜਦ ਵਿੱਚ ਬੈਠ ਕੇ ਗੱਲ ਕਰਨਗੇ ਉਹ ਕਿਤੇ ਨਾ ਕਿਤੇ ਸਰਕਾਰ ਦਾ ਪੱਖ ਬੋਲਣਗੇ। ਐਮਐਸਪੀ ਹੈ ਉਸ ਦੇ ਵਿੱਚ ਵੀ 40 ਰੁਪਏ ਪ੍ਰਤੀ ਕੁਇੰਟਲ ਦਾ ਜਿਹੜਾ ਵਾਧਾ ਉਹ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਿਹੜੀ ਫਸਲਾਂ ਦੇ ਵਿੱਚ ਐਮਐਸਪੀ ਤੈਅ ਕੀਤੀ? ਦੇਖੋ ਕਮਲ, ਹਰੇਕ ਸਾਲ ਜਦੋਂ ਸਾਉਣੀ ਤੇ ਹਾੜੇ ਦੀਆਂ ਜਿਹੜੀਆਂ ਫਸਲਾਂ ਆਉਣੀਆਂ ਹੁੰਦੀਆਂ, ਇਹਦੇ ਵਿੱਚ ਸਰਕਾਰ ਹਰੇਕ ਸਾਲ ਫਸਲਾਂ ਦਾ ਜਿਹੜਾ ਮੁੱਲ ਆ ਉਹ ਤੈਅ ਕਰਦੀ ਆ। ਇਹਦੇ ਵਿੱਚ ਸੇਮ ਉਹੀ ਗੱਲ ਆ ਜਾਂਦੀ ਹੈ, ਜਿਹੜੀਆਂ ਤਾਂ ਸਰਕਾਰ ਦੀਆਂ ਧਿਰਾਂ ਹੁੰਦੀਆਂ, ਸਰਕਾਰੀ ਬੰਦੇ ਹੁੰਦੇ ਨੇ, ਸਰਕਾਰੀ ਪਾਰਟੀਆਂ ਹੁੰਦੀਆਂ, ਸਰਕਾਰੀ ਧਿਰ ਹੁੰਦੀਆਂ ਜਾਂ ਉਸ ਪਾਰਟੀ ਨਾਲ ਸੰਬੰਧਿਤ ਲੋਕ ਹੁੰਦੇ ਨੇ, ਉਹ ਤਾਂ ਕਹਿੰਦੇ ਜੀ ਵਾਹ ਵਾਹ ਜੀ ਬਹੁਤ ਵਧੀਆ ਹੋ ਗਿਆ ਜੀ, ਅੱਜ ਤੱਕ ਕਦੇ ਹੋਏ ਨਹੀਂ, ਕਮਾਲ ਕਰਤੀ ਸਾਡੀ ਸਰਕਾਰ ਨੇ। ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਉਹ ਕਹਿੰਦੀਆਂ ਵੀ ਅਜਿਹਾ ਤਾਂ ਕਦੇ ਹੋਇਆ ਹੀ ਨਹੀਂ ਹੈਗਾ ਜੀ, ਬਹੁਤ ਘਾਟਾ ਪਾਤਾ ਜੀ, ਜ਼ਖਮਾਂ ਪਰ ਨੂਣ ਛਿੜਕਤਾ, ਜਿਵੇਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ, ਉਹ ਪੂਰੀ ਤਰ੍ਹਾਂ ਨਿੰਦਦੇ ਨੇ। ਹੁਣ ਜਿਸ ਦਿਨ ਦੀ 2014 ਤੋਂ ਆਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੀ ਆ, ਤਾਂ ਜਦੋਂ ਤੱਕ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਨਹੀਂ ਤਾਂ ਅਕਾਲੀ ਦਲ ਵੀ ਦੱਬੀ ਸੁਰ ਦੇ ਵਿੱਚ ਇਹ ਗੱਲ ਕਹਿੰਦਾ ਰਿਹਾ, ਸਮਰਥਨ ਦਿੰਦਾ ਰਿਹਾ, ਉਹਨਾਂ ਦੀ ਬੱਲੇ ਬੱਲੇ ਕਰਦਾ ਰਿਹਾ। ਹੁਣ ਪਿਛਲੇ 2 ਜਿਹੜੀਆਂ ਫਸਲਾਂ ਦੇ ਭਾਅ ਵਧਾਏ ਨੇ, ਉਹਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਆਪਣਾ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹਨੇ ਆਲੋਚਨਾ ਕੀਤੀ ਹੈ ਕਿ ਗੁਰਨਾਮ ਸਿੰਘ ਚੜੂਨੀ ਉਹਨਾਂ ਨੂੰ ਫੋਨ ਕਰਦੇ ਨੇ ਤੇ ਕਰਨਾਲ ਮੋਰਚੇ ਦੇ ਲਈ ਜਿਹੜਾ ਲੰਗਰ ਹੈ ਮੰਗਵਾਉਂਦੇ ਨੇ। ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਸਾਹਮਣੇ ਆਉਂਦੇ ਨੇ ਤੇ ਬਹੁਤ ਜ਼ਿਆਦਾ ਜਿਹੜੀ ਸੇਵਾ ਭਾਵਨਾ ਦੀ ਸ਼ਬਦਾਵਲੀ ਸੁਖਬੀਰ ਬਾਦਲ ਦੇ ਲਈ ਵਰਤੀ ਗਈ, ਯਾਨੀ ਕਿ ਬੜੇ ਗੁੱਸੇ ਦੇ ਨਾਲ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਮੈਨੂੰ ਸੁਖਬੀਰ ਬਾਦਲ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ, ਲੰਗਰ ਦਾ ਦੇਵਤਾ ਸੁਖਬੀਰ ਬਾਦਲ ਨਹੀਂ ਹੈ। ਕਮਲ, ਇਹ ਉਦੋਂ ਹੀ ਜਦੋਂ ਸੁਖਬੀਰ ਸਿੰਘ ਬਾਦਲ ਹੁਸ਼ਿਆਰਪੁਰ ਦੀ ਕੋਰਟ 'ਚ ਪੇਸ਼ ਹੋਇਆ, ਉਦੋਂ ਹੀ ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹ ਗੱਲ ਆ ਜਿਹੜੀ ਦੱਸੀ ਹੈ ਕਿ ਅਸੀਂ ਜਿਹੜੇ ਕਰਨਾਲ ਦੇ ਵਿੱਚ ਕਿਸਾਨ ਇਹਨਾਂ ਨੇ ਧਰਨਾ ਲਾਇਆ ਹੋਇਆ, ਉਹ ਅਸੀਂ ਉਹਨਾਂ ਨੂੰ ਉੱਥੇ ਲੰਗਰ ਪਾਣੀ ਦੀ ਜਿਹੜੀ ਸੇਵਾ ਹੈ ਉਹ ਪਹੁੰਚਾ ਰਿਹਾ ਵੀ। ਉਹਨਾਂ ਨੇ ਗੱਲ ਆ ਜਿਹੜੀ ਗੁਰਨਾਮ ਸਿੰਘ ਚੜੂਨੀ ਉਹਨਾਂ ਨਾਲ ਜੋੜ ਦਿੱਤੀ ਕਿ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ, ਉਹ ਤੋਂ ਬਾਅਦ ਮੈਂ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੇ ਜਾਂ ਬੀਬੀ ਜਗੀਰ ਕੌਰ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਇਹ ਸੇਵਾ ਲਾਈ ਆ ਜਾਂ ਉਹਨਾਂ ਨੂੰ ਕਿਹਾ ਕਿ ਉੱਥੇ ਜਿਹੜਾ ਲੰਗਰ ਆ ਪਹੁੰਚਾਇਆ ਜਾਵੇ। ਦੀ ਇੱਕ ਰਵਾਇਤ ਆ ਕਿ ਉਹਨਾਂ ਤੇ ਹਮੇਸ਼ਾ ਲੰਗਰ ਲਾਏ ਨੇ, ਕਿੱਡੀ ਦੂਰ ਤੱਕ ਲੰਗਰ ਲਾਏ ਨੇ। ਇਹ ਸਾਨੂੰ ਦੱਸਣ ਦੀ ਲੋੜ ਨਹੀਂ, ਸਭ ਨੂੰ ਪਤਾ ਹੈ, ਦੁਨੀਆ ਭਰ ਦੇ ਵਿੱਚ ਵੱਸਦੇ ਲੋਕਾਂ ਨੂੰ ਇਹ ਗੱਲ ਪਤਾ ਵੀ ਜਦੋਂ ਵੀ ਕੋਈ ਔਕੜ ਮੁਸ਼ਕਲ ਮੁਸੀਬਤ ਆਉਂਦੀ ਆ ਤਾਂ ਸਭ ਤੋਂ ਅੱਗੇ ਜੇ ਪਹੁੰਚਦੇ ਨੇ ਤਾਂ ਸਿੱਖ ਪਹੁੰਚਦੇ ਨੇ। ਸਿੱਖ ਕੌਣ ਨੇ? ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਕਹਿ ਲਓ, ਚਾਹੇ ਕੋਈ ਹੋਰ ਕਹਿ ਲਓ, ਜੇ ਕੋਈ ਸੇਵਾ ਵਾਸਤੇ ਅੱਗੇ ਆਉਂਦੇ ਆ ਤਾਂ ਉਹਦੇ 'ਚ ਸਿੱਖ ਆਉਂਦੇ ਨੇ। ਇਸ ਕਰਕੇ ਇਹਨਾਂ ਛੋਟੀਆਂ ਇਹ ਗੱਲਾਂ ਕਰਨੀਆਂ, ਇਹ ਬਹੁਤ ਛੋਟੀਆਂ ਗੱਲਾਂ ਹੁੰਦੀਆਂ, ਇੱਕ ਤਰ੍ਹਾਂ ਦਾ ਧਰਮ ਦਾ ਅਪਮਾਨ ਕਰਨ ਦੇ ਬਰਾਬਰ ਆ।
ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਅਸੀਂ ਬੇहद ਅਹਿਮ ਖਬਰਾਂ ਦੇ ਬਾਰੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਰਐਸਐਸ ਦੇ ਵੱਲੋਂ ਯਾਨੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਜਿਸ ਨੂੰ ਕਿ ਬੀਜੇਪੀ ਦਾ ਧੁਰਾ ਮੰਨਿਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਆਰਐਸਐਸ ਦੇ ਵੱਲੋਂ ਹੀ ਬੀਜੇਪੀ ਦਾ ਜਿਹੜਾ ਸੰਚਾਲਨ ਹੈ ਉਹ ਕੀਤਾ ਜਾਂਦਾ ਹੈ ਤੇ ਉਸੇ ਸੰਸਥਾ ਦੇ ਜਿਹੜੇ ਨੁਮਾਇੰਦੇ ਨੇ ਉਹ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ। ਹਾਲਾਂਕਿ ਕਿਸਾਨ ਜਿਹੜੇ ਨੇ ਲੰਬੇ ਸਮੇਂ ਤੋਂ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸੰਘਰਸ਼ ਕਰ ਰਹੇ ਨੇ ਔਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਆਰਐਸਐਸ ਦੇ ਆਗੂ ਨੇ, ਆਰਐਸਐਸ ਦੇ ਜਿਹੜੇ ਨੁਮਾਇੰਦੇ ਨੇ ਉਹ ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰ ਦੀ ਮੰਗ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੈ ਕੇਂਦਰ ਸਰਕਾਰ ਦੇ ਖਿਲਾਫ ਕਰ ਰਹੇ ਨੇ। ਇਸ ਵੱਡੀ ਖਬਰ ਦੇ ਕੀ ਮਾਇਨੇ ਨੇ, ਕੀ ਮਤਲਬ ਬਣਦਾ ਉਹਨਾਂ ਦੇ ਪ੍ਰਦਰਸ਼ਨ ਦਾ, ਇਸ ਦੇ ਬਾਰੇ ਜਾਣਾਂਗੇ ਵਿਸਥਾਰਪੂਰਵਕ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਕਮਲ ਜੀ। ਸਰ 9 ਮਹੀਨੇ ਤੋਂ ਕਿਸਾਨ ਤਾਂ ਜਿਹੜੇ ਨੇ ਲਗਾਤਾਰ ਦਿੱਲੀ ਦੀ ਜੇ ਗੱਲ ਕਰੀਏ ਤਾਂ 9 ਮਹੀਨੇ ਤੋਂ ਪ੍ਰੋਟੈਸਟ ਚੱਲ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਦਾ ਜਿਹੜਾ ਪ੍ਰਦਰਸ਼ਨ ਖੇਤੀ ਕਾਨੂੰਨਾਂ ਦੇ ਖਿਲਾਫ ਸ਼ੁਰੂ ਹੋਇਆ ਤੇ ਹੁਣ ਆਰਐਸਐਸ ਤੇ ਬੀਜੇਪੀ, ਆਰਐਸਐਸ ਦੀ ਜਿਹੜੀ ਇਕਾਈ ਹੈ ਉਸ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰ ਕਰਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ, ਵਿਰੋਧ ਕੀਤਾ ਜਾ ਰਿਹਾ ਬੀਜੇਪੀ ਦੇ ਖਿਲਾਫ। ਕਮਲ ਦੇਖੋ, ਜਿਹੜੀ ਆਰਐਸਐਸ ਆ ਬੇਸਿਕਲੀ ਇਹ ਇੱਕ ਮੇਨ ਜਿਹੜੀ ਇਕਾਈ ਆ, ਉਹਦੇ 'ਚ ਬੀਜੇਪੀ, ਬਜਰੰਗ ਦਲ, ਹਿੰਦੂ ਸੰਗਠਨ ਜਿਹੜੇ ਹੋਰ ਵੀ ਹੈਗੇ ਨੇ ਕਈ, ਉਹ ਇਹਦੀਆਂ ਸ਼ਾਖਾਵਾਂ ਨੇ ਜਿਹੜੇ ਇਹਦੇ ਵਿੱਚੋਂ ਨਿਕਲ ਕੇ ਚੱਲ ਰਹੇ ਨੇ, ਹੈ ਨਾ, ਜਿਨ੍ਹਾਂ ਦੇ ਅਲੱਗ-ਅਲੱਗ ਸੰਸਥਾਵਾਂ ਦੇ ਇਹਨਾਂ ਦੇ ਪ੍ਰਧਾਨ ਬਣੇ ਹੋਣੇ ਦਾ ਅਹੁਦੇਦਾਰ ਸਾਰਿਆਂ ਨੂੰ ਜਿਹੜੀ ਕਿ ਮੇਜਰ ਕੰਟਰੋਲ ਕਰਦੀ ਆ ਉਹ ਹੈਗੀ ਆ ਆਰਐਸਐਸ। ਹੁਣ ਜਿਵੇਂ ਤੁਸੀਂ ਕਿਹਾ ਹੈ ਕਿ 9 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ, ਆ 26 ਤਰੀਕ ਨੂੰ 10 ਮਹੀਨੇ ਪੂਰੇ ਹੋ ਜਾਣੇ। ਜਿਹੜੇ ਕਿਸਾਨ ਸਾਡੇ ਟਿੱਕਰੀ ਬਾਰਡਰ ਤੇ, ਸਿੰਘੀ ਬਾਰਡਰ ਤੇ, ਉੱਥੇ ਸਿੰਘੂ ਬਾਰਡਰ ਤੇ ਆਪਣੀਆਂ ਹੱਕੀ ਹਕੂਕੀ ਮੰਗਾਂ ਨੂੰ ਲੈ ਕੇ ਪੱਕੇ ਮੋਰਚੇ ਲਾਏ ਹੋਏ ਬੈਠੇ ਨੇ। ਹੁਣ ਪਿਛਲੇ 3 ਦਿਨ ਤੋਂ ਕਰਨਾਲ ਦੇ ਵਿੱਚ ਜਿਹੜਾ ਡੀਸੀ ਦਫ਼ਤਰ ਆ ਉਹਦੇ ਸਾਹਮਣੇ ਇੱਕ ਹੋਰ ਮੋਰਚਾ ਲੱਗਿਆ ਹੋਇਆ। ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਹੋਰ ਕਿੰਨੇ ਮੋਰਚੇ ਲੱਗਣੇ ਨੇ। ਹੁਣ ਸਭ ਤੋਂ ਦੇਖੋ ਵੱਡੀ ਗੱਲ ਤਾਂ ਇਹ ਆ ਕਿ ਜਿੱਥੇ ਕਿਸਾਨ ਯੂਨੀਅਨਾਂ ਜਿਹੜੀਆਂ 32 ਕਿਸਾਨ ਯੂਨੀਅਨ ਆ ਉਹਨਾਂ ਦਾ ਇੱਕ ਸਾਂਝਾ ਸੰਯੁਕਤ ਕਿਸਾਨ ਮੋਰਚਾ ਹੈ, ਉਹ ਹੱਕੀ ਹਕੂਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ। ਉਹਦੇ ਨਾਲੇ ਜਿਹੜੀਆਂ ਬੀਜੇਪੀ ਦਾ ਜਾਂ ਆਰਐਸਐਸ ਦਾ ਜਿਹੜੇ ਕੰਟਰੋਲ ਹੇਠ ਆ ਜਿਹੜਾ ਇੱਕ ਉਹਨਾਂ ਦਾ ਸੰਘ ਬਣਿਆ, ਕਿਸਾਨ ਸੰਘ ਬਣਿਆ ਹੋਇਆ, ਉਹਨਾਂ ਦੇ ਪ੍ਰਧਾਨ ਨੇ ਨਾਨਾ ਆਖਰੇ ਜਿਹੜੇ ਬਦੰਬਰ ਉੱਥੇ ਦੇ, ਉਹਨਾਂ ਨੇ ਦਿੱਲੀ ਦੇ ਵਿੱਚ ਜੰਤਰ ਮੰਤਰ 'ਤੇ ਪ੍ਰੋਟੈਸਟ ਕੀਤਾ ਤੇ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ, ਕੁਝ ਮੰਗਾਂ ਦੇ ਵਿੱਚ ਉਹਨਾਂ ਦਾ ਹੱਲ ਕੀਤਾ ਜਾਣਾ। ਦੇਖੋ ਇਹਨੂੰ ਆਪਾਂ 2 ਰੂਪਾਂ ਦੇ ਵਿੱਚ ਦੇਖਦੇ ਨੇ। ਕੁਝ ਮੰਗਾਂ ਤਾਂ ਉਹ ਨੇ ਜਿਹੜੀਆਂ ਕਿ ਕਿਸਾਨ ਖੁਦ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਪੂਰੀਆਂ ਹੋਣ ਜਾਣ। ਉਦਾਹਰਨ ਦੇ ਤੌਰ 'ਤੇ ਕਿ ਜਿਹੜੀਆਂ ਐਮਐਸਪੀ ਆ ਉਹਨੂੰ ਲੀਗਲ ਕੀਤਾ ਜਾਵੇ, ਕਾਨੂੰਨੀ ਗਰੰਟੀ ਦਿੱਤਾ ਜਾਵੇ ਕਿ ਐਮਐਸਪੀ ਆ ਜਿਹੜਾ ਦੇ ਮੁਤਾਬਕ ਫਸਲਾਂ ਵੀ ਵੇਚੀਆਂ ਜਾਣੀਆਂ ਜਾਂ ਉਹਦਾ ਮੁੱਲ ਵੀ ਮਿਲਣਾ ਉਹ ਕਿਸਾਨਾਂ ਦਾ ਰਾਈਟ ਹੋਵੇਗਾ। ਉਹੀ ਗੱਲ ਆ ਜਿਹੜੀ ਉਹ ਆਰਐਸਐਸ ਦੀ ਜਿਹੜੀ ਜਥੇਬੰਦੀ ਆ ਸੰਘ, ਉਹ ਵੀ ਇਹੀ ਗੱਲ ਕਰ ਰਹੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ 3 ਖੇਤੀ ਕਾਨੂੰਨ ਨੇ ਉਹਨਾਂ ਦੇ ਵਿੱਚ ਸੋਧ ਹੋਣੀ ਚਾਹੀਦੀ ਆ। ਸਾਡੇ ਜਿਹੜੇ ਕਿਸਾਨ ਨੇ, ਸੰਯੁਕਤ ਕਿਸਾਨ ਮੋਰਚਾ ਜਾਂ 32 ਕਿਸਾਨ ਯੂਨੀਅਨਾਂ ਦੇ ਆਗੂ, ਇਹ ਤਾਂ ਕਹਿ ਰਿਹਾ ਵੀ ਉਹ ਕਾਨੂੰਨ ਆ ਜਿਹੜਾ 3 ਕਾਨੂੰਨ ਰੱਦ ਹੋਣੇ ਚਾਹੀਦੇ ਆ। ਇਹ ਕਹਿ ਰਿਹਾ ਨੇ ਕਿ ਸੋਧ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਇਹ ਜਿਹੜੀਆਂ ਪੈਰਲਲ ਜਦੋਂ ਸੰਘਰਸ਼ ਚੱਲਦਾ ਹੁੰਦਾ ਹੈ ਤਾਂ ਜਿਹੜੀਆਂ ਇਹ ਜਥੇਬੰਦੀਆਂ ਜਾਂ ਖਾਸ ਕਰਕੇ ਸਰਕਾਰਾਂ ਹੁੰਦੀਆਂ ਉਹ ਆਪਣੇ ਜਥੇਬੰਦੀਆਂ ਦੇ ਰਾਹੀਂ ਇੱਕ ਪੈਰਲਲ ਜਿਹੜਾ ਸੰਘਰਸ਼ ਆ ਉਹ ਸ਼ੁਰੂ ਕਰਵਾਉਂਦੀਆਂ ਤਾਂ ਕਿ ਜਿਹੜਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ। ਜਿਹੜੀਆਂ ਦੂਜੇ ਜਥੇਬੰਦੀਆਂ ਹੁੰਦੀਆਂ ਜਾਂ ਕੋਈ ਆਰਗੇਨਾਈਜੇਸ਼ਨ ਸੰਘਰਸ਼ ਕਰਦੀਆਂ ਉਹਨੂੰ ਡੀਮੋਰਲਾਈਜ਼ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਚਲੇ ਜਾਵੇ ਕਿ ਇਹ ਲੋਕ ਤਾਂ ਮੰਨ ਰਹੇ ਨੇ ਤੇ ਦੂਜੇ ਲੋਕ ਆ ਜਿਹੜੇ ਉਹ ਮੰਨ ਨਹੀਂ ਰਹੇ ਨੇ। ਇਹ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਮੁਲਾਜ਼ਮ ਜਥੇਬੰਦੀਆਂ ਜਾਂ ਕੋਈ ਹੋਰ ਵੀ ਸੰਘਰਸ਼ ਕਰਨ ਵਾਲੀਆਂ ਵੀ ਕਿ ਇਹ ਅੜੀਅਲ ਰਵੱਈਆ ਅਪਣਾਇਆ ਹੋਇਆ। ਸਰਕਾਰ ਹੁਣ ਵਾਅਦੇ ਕਰਨ ਨੂੰ ਤਿਆਰ ਆ, ਵਾਅਦੇ ਮੰਨ ਵੀ ਰਹੀ ਆ, ਇਹ ਭੱਜ ਰਹੇ ਨੇ ਤਾਂ ਕਿ ਕਿਤੇ ਨਾ ਕਿਤੇ ਜਦੋਂ ਫਿਰ ਗੱਲਬਾਤ ਦਾ ਸਿਲਸਿਲਾ ਹੁੰਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਆਗੂ ਹੁੰਦੇ ਨੇ, ਆਪਣੀਆਂ ਯੂਨੀਅਨਾਂ ਦੇ ਨੁਮਾਇੰਦੇ ਹੁੰਦੇ ਨੇ, ਫਿਰ ਉਹਨਾਂ ਦੇ ਨਾਲ ਬੈਠ ਕੇ ਇੱਕ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਜਾਂਦੀ ਹੈ। ਇਹ ਅਕਸਰ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਵਿੱਚ ਵੀ ਇੱਦਾਂ ਹੀ ਹੁੰਦਾ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਹੋ ਗਈਆਂ, ਹੋਰ ਭਰਾਤਰੀ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਵਿੱਚ ਇੱਦਾਂ ਹੀ ਹੋ ਰਿਹਾ। ਕੁਝ ਨਾ ਹਰੇਕ ਪਾਰਟੀ ਦੀ ਲਗਭਗ ਹੁਣ ਆਪਣੀ ਆਪਣੀ ਇੱਕ ਜਥੇਬੰਦੀ ਹੋ ਗਈ। ਕੋਈ ਪੋਲੀਟੀਕਲ ਪਾਰਟੀ ਅਜਿਹੀ ਨਹੀਂ ਰਹੀ ਜਿਹਦਾ ਆਪਣਾ ਕੋਈ ਮੁਲਾਜ਼ਮ ਸੰਘ ਜਾਂ ਕਿਸਾਨ ਜਿਹੜੀਆਂ ਸੰਘ ਜਾਂ ਕਿਸਾਨ ਜਥੇਬੰਦੀਆਂ ਉਹ ਨਾ ਹੋਣ। ਜਦੋਂ ਵੀ ਜਿਹੜੀ ਸਰਕਾਰ ਹੁੰਦੀ ਆ
ਉਹ ਆਪਣੀ ਜਥੇਬੰਦੀ ਨੂੰ ਪੂਰਾ ਬੜਾਵਾ ਦਿੰਦੀ ਆ, ਚਾਹੇ ਉਹ ਪੰਜਾਬ ਰੋਡਵੇਜ਼ ਦੀ ਹੋਵੇ, ਚਾਹੇ ਉਹ ਇੰਟਕ ਹੋਵੇ, ਚਾਹੇ ਬਿਜਲੀ ਬੋਰਡ ਹੋਵੇ, ਚਾਹੇ ਕਰਮਚਾਰੀ ਦਲ ਹੋਵੇ, ਚਾਹੇ ਅਧਿਆਪਕ ਫਰੰਟ ਹੋਵੇ। ਇਹ ਸਾਰੇ ਕਿਤੇ ਨਾ ਕਿਤੇ ਜਿਹੜੇ ਜਿੰਨੇ ਵੀ ਮੁਲਾਜ਼ਮ ਸੰਘਰਸ਼ ਫਰੰਟ ਨੇ, ਇਹ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ। ਹੁਣ ਇਹੀ ਕਾਰਨ ਹੋ ਰਿਹਾ ਕਿ ਜਿੱਥੇ ਕਿਸਾਨਾਂ ਦਾ ਅੰਦੋਲਨ ਬਰਾਬਰ ਚੱਲ ਰਿਹਾ, ਉਹਦੇ ਬਰਾਬਰ ਹੀ RSS ਵੱਲੋਂ ਜਿਹੜੀ ਉਹਨਾਂ ਦੀ ਜਥੇਬੰਦੀ ਆ ਸੰਘ, ਉਹਨੇ ਇੱਕ ਆਪਣਾ ਜਿਹੜਾ ਪੈਰਲਲ ਪ੍ਰੋਗਰਾਮ ਚਲਾ ਰਿਹਾ, ਸਰਕਾਰ ਤੇ ਦਬਾਅ ਬਣਾ ਰਹੇ ਨੇ ਕਿ ਇਹਨਾਂ ਮੰਗਾਂ ਨੂੰ ਮੰਨਿਆ ਜਾਵੇ। ਹੁਣ ਕੱਲ ਨੂੰ ਕਿਤੇ ਗੱਲਬਾਤ ਹੋਊਗੀ, ਮੰਨ ਲਓ 32 ਜਥੇਬੰਦੀਆਂ ਦਾ 30 ਜਥੇਬੰਦੀਆਂ ਦਾ ਇੱਕ ਫੈਸਲਾ ਹੁੰਦਾ ਹੈ ਕਿ ਅਸੀਂ ਇਹ ਕਰਨਾ, ਇੱਕ ਸਰਕਾਰ ਹੈ ਜਿਹੜੀ ਮੰਗਾਂ ਮੰਨਣ ਵਾਸਤੇ ਕੋਈ ਮੀਟਿੰਗ ਕਰਦੀ ਹੈ, ਤਾਂ ਉਹਨਾਂ ਆਗੂਆਂ ਨੂੰ ਵੀ ਵਿੱਚ ਬੁਲਾਉਂਗੀ, ਤਾਂ ਉਹ ਜਿਹੜੇ ਆਗੂ ਨੇ ਜਦ ਵਿੱਚ ਬੈਠ ਕੇ ਗੱਲ ਕਰਨਗੇ, ਉਹ ਕਿਤੇ ਨਾ ਕਿਤੇ ਸਰਕਾਰ ਦਾ ਪੱਖ ਪੂਰਨਗੇ। ਜੇ ਸਰਕਾਰ ਦਾ ਪੱਖ ਨਹੀਂ ਪੂਰਨਗੇ, ਮੰਨ ਲਓ ਕੋਈ ਸਰਕਾਰ ਫੈਸਲਾ ਕਰਦੀ ਆ, ਤਾਂ ਜਿੱਥੇ ਜਿਹੜੇ 32 ਕਿਸਾਨ ਯੂਨੀਅਨ ਦੇ ਆਗੂ ਆ ਜਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ, ਉਹ ਵਿਰੋਧ ਕਰਨਗੇ, ਤਾਂ ਇਹ ਹੱਕ ਦੇ ਵਿੱਚ ਹੱਥ ਖੜੇ ਕਰਨਗੇ। ਉੱਥੇ ਕਈ ਤਰ੍ਹਾਂ ਦੀ ਜਿਹੜੀ ਅੰਦਰ ਪੋਜੀਸ਼ਨ ਹੁੰਦੀ ਹੈ ਜਾਂ ਮੀਟਿੰਗ ਦੇ ਵਿੱਚ ਕਾਫੀ ਗਰਮਾ ਗਰਮ ਮਾਹੌਲ ਵੀ ਬਣ ਜਾਂਦਾ ਹੈ, ਜਾਂ ਜਿਹੜੀ ਭਖਵਾਂ ਮਾਹੌਲ ਵੀ ਪੈਦਾ ਹੋ ਜਾਂਦਾ ਇੱਦਾਂ ਦਾ। ਇਸ ਕਰਕੇ ਹੁਣ ਇੱਕ ਗੱਲ ਤਾਂ ਉਹ ਜਿਹੜੀ ਠੀਕ ਕਹਿ ਰਹੇ ਨੇ ਕਿ ਜਿਹੜੀ ਗਰੰਟੀ ਆ, MSP ਗਰੰਟੀ ਆ ਜਿਹੜੀ, ਉਹ ਬਣਨਾ ਚਾਹੀਦਾ ਜਿਵੇਂ ਕਿ ਕਿਸਾਨ ਕਹਿ ਰਹੇ ਨੇ। ਹੁਣ ਇਹਦੇ ਮੁਤਾਬਕ ਇਹ ਹੋਊਗਾ ਕਿ ਕਿਸਾਨ ਕਿਤੇ ਨਾ ਕਿਤੇ ਜਿਵੇਂ ਜਿਹੜੀ ਲੜਾਈ ਲੜਦੇ ਨੇ, ਸਰਕਾਰ ਨੇ ਜੇ ਕੋਈ ਮੰਗ ਮੰਨਣੀ ਹੋਊਗੀ ਤਾਂ ਉਹ ਆਪਣੀ ਜਿਹੜੀ ਜਥੇਬੰਦੀ ਆ ਉਹਦੇ ਰਾਹੀਂ ਮੰਨੂਗੀ, ਤਾਂ ਕਿ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਹੋ ਸਕੇ ਤੇ ਉਹਨਾਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਬੜਾਵਾ ਮਿਲ ਸਕੇ। ਨਾਲ ਦੇ ਨਾਲ ਜਿਹੜੇ ਹੋਰ ਕਿਸਾਨ ਹੋਣਗੇ ਜਾਂ ਲੋਕ ਹੋਣਗੇ, ਉਸ ਜਥੇਬੰਦੀ ਦੇ ਨਾਲ ਜੁੜਨਗੇ ਕਿ ਵੀ ਜਿੰਨੀ ਦੇਰ ਸਰਕਾਰ ਆ, ਘੱਟੋ ਘੱਟ ਵੀ ਜੇ ਕੋਈ ਮਸਲੇ ਹੱਲ ਕਰਾਉਣੇ ਆ, ਇਹ ਜਥੇਬੰਦੀ ਹੱਲ ਕਰਵਾ ਸਕਦੀ ਆ। ਇਸ ਕਰਕੇ ਜਿਹੜਾ ਆਪਾਂ ਇਸ ਸੰਘਰਸ਼ ਨੂੰ ਜਿਹੜਾ ਇਹਨਾਂ ਨੇ RSS ਨੇ ਕੀਤਾ, ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਆ, ਵੀ ਕਿਸਾਨਾਂ ਨੂੰ ਉਹਨਾਂ ਦੇ ਹਰ ਜਿਹੜੇ ਮੰਗਾਂ ਡਿਮਾਂਡਸ ਆ ਉਹਨੂੰ ਪੂਰੀਆਂ ਕਰਵਾ ਦੂੰਗੀ। ਪਰ ਕਿਤੇ ਨਾ ਕਿਤੇ ਇਹ ਹੁੰਦਾ ਕਿ ਜਦੋਂ ਪੈਰਲਲ ਚੱਲਦਾ, ਇੱਕ ਅੱਧੀ ਜਿਹੜੀ ਡਿਮਾਂਡ ਆ ਜੋ ਦੂਜੇ ਜਥੇਬੰਦੀਆਂ ਵੀ ਕਰਦੀਆਂ, ਤਾਂ ਉਹਦੇ ਵਿੱਚੋਂ ਕੋਈ ਨਾ ਕੋਈ ਰਸਤਾ ਜਿਹੜਾ ਨਿਕਲ ਆਉਂਦਾ। ਉਹ ਇੱਕ MSP ਵਾਲਾ ਜਿਹੜਾ ਲੈ ਕੇ ਲੜਾਈ ਲੜਦਾ, ਉਹ ਠੀਕ ਆ। ਬਾਕੀ ਜਿੱਥੇ ਕਾਨੂੰਨਾਂ ਦੀ ਸੋਧ ਦੀ ਗੱਲ ਕਰਦੇ ਆ, ਉਹ ਮੈਨੂੰ ਲੱਗਦਾ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਉਹ ਮੰਨ ਰਹੀਆਂ, ਉਹ ਇੱਕ ਤਰ੍ਹਾਂ ਦਾ ਉਹਨਾਂ ਨੇ ਡਰਾਮਾ ਕੀਤਾ। ਹੁਣ ਇਹਦਾ ਇੱਕ ਫਾਇਦਾ ਜ਼ਰੂਰ ਹੋ ਜਾਏਗਾ ਜਿਹੜੀਆਂ ਦੂਜੇ ਜਥੇਬੰਦੀਆਂ ਨੂੰ, ਉਹ ਇਹ ਹੈ ਕਿ ਉਹਨਾਂ ਜਥੇਬੰਦੀਆਂ ਨੇ ਜਿਹੜਾ ਐਕਸ਼ਨ ਕੀਤਾ ਉਹ ਜੰਤਰ ਮੰਤਰ ਦੇ ਕੀਤਾ। ਜਿਹੜੀਆਂ ਦੂਜੇ ਜਥੇਬੰਦੀਆਂ ਉਹਨਾਂ ਨੂੰ ਦਿੱਲੀ ਦੇ ਵਿੱਚ ਰੋਕਿਆ ਜਾ ਰਿਹਾ, ਭਾਵੇਂ ਕਿ ਜਦੋਂ ਲੋਕ ਸਭਾ ਦਾ ਸੈਸ਼ਨ ਚੱਲਦਾ ਸੀਗਾ ਉਦੋਂ ਥੋੜ੍ਹੇ ਗਰੁੱਪ ਦੇ ਵਿੱਚ ਬੰਦੇ 200 ਦੇ ਵਿੱਚ ਜਾ ਕੇ ਰਹੇ, ਉੱਥੇ ਬੋਲਦੇ ਰਹੇ, ਉਹਨਾਂ ਨੇ ਕਰ ਇੱਦਾਂ ਹੀ। ਜਦੋਂ ਇੱਕ ਜਥੇਬੰਦੀ ਆ ਜਿਹੜੀ ਸਰਕਾਰ ਦੀ ਸਹਾਇਤਾ ਪ੍ਰਾਪਤ ਹੁੰਦੀ ਆ ਜਾਂ ਸਰਕਾਰ ਦੀ ਅਗਵਾਈ ਹੇਠ ਚੱਲਦੀ ਆ, ਜਦੋਂ ਉਹਨੂੰ ਇੱਕ ਥਾਂ ਮਿਲਦੀ ਆ, ਦੂਜੀ ਨੂੰ ਨਹੀਂ ਮਿਲਦੀ, ਤਾਂ ਦੂਜੀ ਧਿਰਾਂ ਕੋਲ ਇੱਕ ਰਾਈਟ ਹੋ ਜਾਂਦਾ, ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਕਿ ਜਦ ਉਹ ਉੱਥੇ ਪ੍ਰੋਟੈਸਟ ਕਰ ਸਕਦੇ ਨੇ, ਉਹ ਉੱਥੇ ਹੱਲਾ ਬੋਲ ਰੈਲੀ ਕਰ ਸਕਦੇ ਨੇ, ਤਾਂ ਅਸੀਂ ਕਿਉਂ ਨਹੀਂ। ਇਹ ਇੱਕ ਤਰ੍ਹਾਂ ਦਾ ਇਹਨਾਂ ਕਿਸਾਨਾਂ ਨੂੰ ਇਹ ਫਾਇਦਾ ਹੋਊਗਾ ਕਿ ਕੱਲ੍ਹ ਨੂੰ ਜੇ ਇਹਨਾਂ ਨੇ ਜਾ ਕੇ ਉੱਥੇ ਪ੍ਰੋਟੈਸਟ ਕਰਨਾ ਹੈ, ਤਾਂ ਇਹ ਕੋਰਟ ਕਚਹਿਰੀ ਦੇ ਵਿੱਚ ਜਾ ਸਕਦੇ ਨੇ ਕਿ ਜਦੋਂ ਉਹਨਾਂ ਨੂੰ ਰੋਕਿਆ ਨਹੀਂ ਗਿਆ, ਉੱਥੇ ਉਹਨਾਂ ਕੋਲ ਕੋਈ ਪਰਚੇ ਦਰਜ ਨਹੀਂ ਕੀਤੇ ਗਏ, ਉਹਨਾਂ ਦੇ ਖਿਲਾਫ ਕੋਈ ਧੱਕਾ ਮੁੱਕੀ ਨਹੀਂ ਕੀਤੀ ਗਈ, ਕੋਈ ਲਾਠੀ ਚਾਰਜ ਨਹੀਂ ਕੀਤਾ ਗਿਆ, ਤਾਂ ਸਾਡੇ ਤੇ ਕਿਉਂ। ਸਰ ਨਾਲ ਹੀ ਗੱਲਬਾਤ ਕਰ ਲਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਕੁਝ MSP ਯਾਨੀ ਕਿ ਕੁਝ ਸਮਰਥਨ ਮੁੱਲ ਜਿਹੜੇ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ। ਕਣਕ ਦੀ ਜਿਹੜੀ ਖਰੀਦ ਮੁੱਲ ਹੈ MSP ਹੈ, ਉਸ ਦੇ ਵਿੱਚ ਵੀ 40 ਰੁਪਏ ਪ੍ਰਤੀ ਕੁਇੰਟਲ ਦਾ ਜਿਹੜਾ ਵਾਧਾ ਉਹ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਿਹੜੀ ਫਸਲਾਂ ਦੇ ਵਿੱਚ MSP ਤੈਅ ਕੀਤਾ? ਦੇਖੋ ਕਮਲ, ਹਰੇਕ ਸਾਲ ਜਦੋਂ ਸਾਉਣੀ ਤੇ ਹਾੜੇ ਦੀਆਂ ਜਿਹੜੀਆਂ ਫਸਲਾਂ ਆਉਣੀਆਂ ਹੁੰਦੀਆਂ, ਇਹਦੇ ਵਿੱਚ ਸਰਕਾਰ ਹਰੇਕ ਸਾਲ ਫਸਲਾਂ ਦਾ ਜਿਹੜਾ ਮੁੱਲ ਆ ਉਹ ਤੈਅ ਕਰਦੀ ਆ। ਇਹਦੇ ਵਿੱਚ ਸੇਮ ਉਹੀ ਗੱਲ ਆ ਜਾਂਦੀ ਹੈ, ਜਿਹੜੀਆਂ ਤਾਂ ਸਰਕਾਰ ਦੀਆਂ ਧਿਰਾਂ ਹੁੰਦੀਆਂ, ਸਰਕਾਰੀ ਬੰਦੇ ਹੁੰਦੇ ਨੇ, ਸਰਕਾਰੀ ਪਾਰਟੀਆਂ ਹੁੰਦੀਆਂ, ਸਰਕਾਰੀ ਧਿਰ ਹੁੰਦੀਆਂ ਜਾਂ ਉਸ ਪਾਰਟੀ ਨਾਲ ਸੰਬੰਧਿਤ ਲੋਕ ਹੁੰਦੇ ਨੇ, ਉਹ ਤਾਂ ਕਹਿੰਦੇ ਜੀ ਵਾਹ ਵਾਹ ਜੀ, ਬਹੁਤ ਵਧੀਆ ਹੋ ਗਿਆ ਜੀ, ਅੱਜ ਤੱਕ ਕਦੇ ਹੋਏ ਨਹੀਂ, ਕਮਾਲ ਕਰਤੀ ਸਾਡੀ ਸਰਕਾਰ ਨੇ। ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਉਹ ਕਹਿੰਦੀਆਂ ਵੀ ਅਜਿਹਾ ਤਾਂ ਕਦੇ ਹੋਇਆ ਹੀ ਨਹੀਂ ਹੈਗਾ ਜੀ, ਬਹੁਤ ਘਾਟਾ ਪਾਤਾ ਜੀ, ਜ਼ਖਮਾਂ ਪਰ ਨੂਣ ਛਿੜਕਤਾ, ਜਿਵੇਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ, ਉਹ ਪੂਰੀ ਤਰ੍ਹਾਂ ਨਿੰਦਦੇ ਨੇ। ਹੁਣ ਜਿਸ ਦਿਨ ਦੀ 2014 ਤੋਂ ਆਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੀ ਆ, ਤਾਂ ਜਦੋਂ ਤੱਕ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਨਹੀਂ ਤਾਂ ਅਕਾਲੀ ਦਲ ਵੀ ਦੱਬੀ ਸੁਰ ਦੇ ਵਿੱਚ ਇਹ ਗੱਲ ਕਹਿੰਦਾ ਰਿਹਾ, ਸਮਰਥਨ ਦਿੰਦਾ ਰਿਹਾ, ਉਹਨਾਂ ਦੀ ਬੱਲੇ ਬੱਲੇ ਕਰਦਾ ਰਿਹਾ। ਹੁਣ ਪਿਛਲੇ 2 ਜਿਹੜੀਆਂ ਫਸਲਾਂ ਦੇ ਭਾਅ ਵਧਾਏ ਨੇ, ਉਹਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਆਪਣਾ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹਨੇ ਆਲੋਚਨਾ ਕੀਤੀ ਹੈ। ਹੁਣ ਤੁਸੀਂ ਦੇਖੋ ਕਣਕ ਦਾ ਜਿਹੜਾ ਮੁੱਲ ਆ
ਉਹ 40 ਰੁਪਏ ਵਧਾਇਆ। 40 ਰੁਪਏ ਵਧਾਉਣ ਨਾਲ 2015 ਰੁਪਏ ਜਿਹੜਾ ਪ੍ਰਤੀ ਕੁਇੰਟਲ ਦਾ ਭਾਅ ਜਿਹੜਾ ਕਿਸਾਨਾਂ ਨੂੰ ਮਿਲੂਗਾ। ਇਹ 40 ਰੁਪਏ ਵਧਾਉਣ ਨਾਲ ਜਿੱਥੇ ਬੀਜੇਪੀ ਦੇ ਜਿਹੜੇ ਆਗੂ ਨੇ ਤਾਂ ਮਤਲਬ ਚੁੱਗ ਵਰਗੇ ਜਿਹੜੇ ਕੌਮੀ ਨੇਤਾ ਨੇ ਹੋਰ ਨੇ ਉਹਨਾਂ ਨੇ ਪੂਰੀ ਬੱਲੇ ਬੱਲੀ ਕਰਿਆ, ਬਿਆਨ ਪਰ ਬਿਆਨ ਦੇ ਰਿਹਾ ਕਿ ਸਾਡੀ ਸਰਕਾਰ ਨੇ ਕਮਾਲ ਕਰਤੀ, ਇੰਨਾ ਕਦੇ ਰੇਟ ਵਧਿਆ ਹੀ ਨਹੀਂ ਹੈਗਾ। ਤੇ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਹਨੂੰ ਰੱਦ ਕਰਦੀਆਂ ਨੇ। ਉਹ ਕਹਿ ਰਹੀਆਂ ਕਿ ਸਾਨੂੰ ਘੱਟੋ ਘੱਟ ਜਿਹੜੇ ਸਵਾਮੀਨਾਥਨ ਦੀਆਂ ਰਿਪੋਰਟਾਂ ਹੈ, ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੇ, ਉਹਦੇ ਮੁਤਾਬਕ ਸਾਡਾ ਜਿਹੜਾ ਰੇਟ ਆ ਉਹ ਤੈਅ ਕੀਤਾ ਜਾਣਾ ਚਾਹੀਦਾ। ਉਹਦੇ ਮੁਤਾਬਕ 2830 ਰੁਪਏ ਦੇ ਕਰੀਬ ਪ੍ਰਤੀ ਕੁਇੰਟਲ ਕਣਕ ਦਾ ਰੇਟ ਬਣਦਾ ਵੀ ਸਾਨੂੰ ਉਹ ਮਿਲਣਾ ਚਾਹੀਦਾ। ਤੇ ਕਿਸਾਨ ਇਹ ਵੀ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਇਹਦੇ ਪਤਾ ਜਿਹੜੀਆਂ ਬਾਕੀ ਦੀਆਂ ਫਸਲਾਂ 23 ਦੇ ਕਰੀਬ ਜਿਹੜੀਆਂ ਫਸਲਾਂ ਉਹਨਾਂ ਪਰ ਨਿਰੰਤਰ ਸਾਨੂੰ ਜਿਹੜਾ MSP ਦਾ ਜਿਹੜਾ ਫਿਕਸ ਕੀਤਾ ਜਾਂਦਾ ਉਹ ਭਾਅ ਮਿਲਣਾ ਚਾਹੀਦਾ। ਹੁਣ ਹੋ ਕਿਆ ਰਿਹਾ ਕਮਲ, ਜਿਹੜੀਆਂ ਕੁਝ ਕੁ ਫਸਲਾਂ ਹੈਗੀਆਂ ਆਪਾਂ ਕਣਕ ਹੋ ਗਈ, ਜੀਰੀ ਹੋ ਗਈ, ਜਾਂ ਆਪਾਂ ਕਹਿ ਸਕਦੇ ਆ ਕਿ ਆਪਣਾ ਛੋਲਿਆਂ ਦੀ ਦਾਲ ਹੋ ਗਈ ਜਾਂ ਕਪਾਹ ਹੋ ਗਈ, ਕੁਝ ਕੁ ਫਸਲਾਂ ਅਜਿਹੀਆਂ ਜਿਹੀਆਂ ਹੈਗੀਆਂ ਜਿਨ੍ਹਾਂ ਦੇ ਭਾਅ ਮਿਲਦੇ ਨੇ, ਜਾਂ ਗੰਨਾ ਹੋ ਗਿਆ। ਤਾਂ ਬਾਕੀ ਜਿਹੜੀਆਂ ਫਸਲਾਂ ਹੈ ਉਹਨਾਂ ਦੇ ਭਾਅ ਨਹੀਂ ਮਿਲਦੇ ਹੈਗੇ। ਹੁਣ ਮੱਕੀ ਦੀ ਦੇਖ ਲਓ, ਬਾਜਰਾ ਦੇਖ ਲਓ, ਹਰ ਦੇਖ ਲਓ, ਕਿੰਨੀਆਂ ਚੀਜ਼ਾਂ ਇਹੋ ਜਿਹੀਆਂ ਜਿਹਨਾਂ ਦਾ ਭਾਅ ਤਾਂ ਜਿਹੜਾ ਸਰਕਾਰ ਫਿਕਸ ਕਰ ਦਿੰਦੀ ਹੈ ਪਰ ਉਹਦੇ ਮੁਤਾਬਕ ਉਹ ਮਿਲਦਾ ਨਹੀਂ ਹੈਗਾ। ਇਹਨਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੱਕੀ ਆ ਉਹ 800 ਤੋਂ ਲੈ ਕੇ 900 ਰੁਪਏ ਤੱਕ, 1000 ਰੁਪਏ ਤੱਕ ਮਿਲਦੀ ਰਹੀ, ਜਦ ਕਿ ਉਹਦਾ ਭਾਅ ਕਿੰਨਾ ਸੀਗਾ ਸਭ ਨੂੰ ਪਤਾ ਹੀ ਹੈ, 500-600 ਰੁਪਏ ਦੇ ਵਿੱਚ ਖਰੀਦ ਦੇ ਵਿੱਚ ਅੰਤਰ ਆ ਰਿਹਾ ਸੀਗਾ। ਇਸ ਕਰਕੇ ਕਿਸਾਨ ਆ ਜਿਹੜੇ ਬਾਰ-ਬਾਰ ਇਹੀ ਡਿਮਾਂਡ ਕਰਦੇ ਨੇ ਕਿ ਸਾਨੂੰ ਜਿਹੜਾ MSP ਆ ਉਹਨੂੰ ਗਰੰਟੀ ਦਿੱਤਾ ਜਾਵੇ, ਉਹਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਜੇ ਕਾਨੂੰਨੀ ਰੂਪ ਮਿਲ ਜੂਗਾ ਤਾਂ ਉਹਨਾਂ ਕੋਲ ਇਹ ਇੱਕ ਹੱਕ ਤੇ ਰਾਈਟ ਹੋ ਜਾਊਗਾ ਕਿ ਉੱਤੇ ਘੱਟ ਕੋਈ ਵੀ ਜਿਹੜਾ ਖਰੀਦਦਾਰ ਆ ਉਹ ਫਸਲ ਨੂੰ ਖਰੀਦ ਨਹੀਂ ਸਕਣਗੇ। ਜੇ ਰਾਏ ਦੀ ਵੀ ਕੋਈ ਘੱਟ ਖਰੀਦ ਹੈ ਤਾਂ ਕਿਸਾਨ ਕੋਲ ਅਧਿਕਾਰ ਹੋ ਜਾਊਗਾ, ਉਹ ਕਾਨੂੰਨੀ ਤੌਰ ਤੇ ਕੋਰਟ ਕਚਹਿਰੀ ਵਿੱਚ ਜਾ ਕੇ ਲੜਾਈ ਲੜ ਸਕਦਾ। ਇਸੇ ਕਰਕੇ ਉਹਨਾਂ ਨੇ ਹੁਣ ਸਰਕਾਰ ਨੇ ਜਿਹੜਾ ਸਰੋਂ ਦਾ ਰੇਟ ਆ ਜਿਹੜਾ ਉਹ ਵੀ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ, ਉਹ 5050 ਰੁਪਏ ਆ ਜਿਹੜਾ ਪ੍ਰਤੀ ਕੁਇੰਟਲ ਹੋ ਜਾਏਗਾ। ਇੱਦਾਂ ਹੀ ਜੌਂ ਦੇ ਵਿੱਚ 35 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ, ਛੋਲਿਆਂ ਦਾ 130 ਰੁਪਏ ਕੀਤਾ। ਇੱਦਾਂ ਅਲੱਗ-ਅਲੱਗ ਰੇਟ ਆ ਜਿਹੜੇ ਸਰਕਾਰ ਨੇ ਉਹ ਵਧਾਏ ਨੇ, ਹਰੇਕ ਸਾਲ ਵੱਧਦੇ ਰਹਿੰਦੇ। ਪਰ ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਡੀਜ਼ਲ ਦੇ ਰੇਟ ਵੱਧ ਰਹੇ ਨੇ, ਖਾਦ ਦੇ ਰੇਟ ਵੱਧ ਰਹੇ ਨੇ, DAP ਦਾ ਰੇਟ ਵਧਿਆ, ਹੋਰ ਜਿਹੜੀਆਂ ਫਸਲਾਂ ਨੂੰ ਨਾਲ ਸੰਬੰਧਿਤ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਦਵਾਈਆਂ ਨੇ, ਕੀਟਨਾਸ਼ਕ ਦਵਾਈਆਂ ਨੇ, ਜਾਂ ਤੁਸੀਂ ਟਰੈਕਟਰ ਦੇ ਸੰਦ ਲੈ ਲਓ ਜਾਂ ਕੋਈ ਹੋਰ ਲੈ ਲਓ, ਹੈ ਨਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਰੇਟ ਆ ਉਹ ਬਹੁਤ ਜ਼ਿਆਦਾ ਵਧੇ ਨੇ, ਜਦ ਕਿ ਇਹ ਜਿਹੜੀਆਂ MSP ਦੇ ਵਧਾਈ ਆ ਇਹ ਬਹੁਤ ਮਾਮੂਲੀ ਵਾਧਾ ਕੀਤਾ ਗਿਆ। ਇਸ ਕਰਕੇ ਕਿਸਾਨ ਦੇ ਪੱਲੇ ਬਹੁਤਾ ਕੁਝ ਪੈਣਾ ਨਹੀਂ ਹੈਗਾ। ਜਦੋਂ ਤੁਸੀਂ ਡੀਜ਼ਲ ਆ ਹੁਣ 100 ਰੁਪਏ ਦੇ ਕਰੀਬ ਆ ਜਿਹੜਾ ਹੋ ਚੁੱਕਿਆ, ਤਾਂ ਇਹਦੇ ਮੁਤਾਬਕ ਜਦੋਂ ਡੀਜ਼ਲ ਇੰਨਾ ਮਹਿੰਗਾ ਹੋ ਗਿਆ ਫਿਰ ਇਹ 40 ਰੁਪਏ ਵਾਧਾ ਤੁਹਾਨੂੰ ਕੋਈ ਬਹੁਤਾ ਲਾਭ ਨਹੀਂ ਦੇਣ ਵਾਲਾ ਹੈਗਾ। ਇਸ ਕਰਕੇ ਕਿਸਾਨ ਬਾਰ-ਬਾਰ ਰੌਲਾ ਪਾ ਰਿਹਾ ਹੈ ਕਿ ਸਾਨੂੰ ਜਿਹੜਾ ਫਸਲਾਂ ਦੇ ਮੁੱਲ ਵਧੇ ਹੋਣੇ ਚਾਹੀਦੇ ਆ। ਜਦੋਂ ਸਾਰੀਆਂ ਚੀਜ਼ਾਂ ਦੇ ਰੇਟ ਜਿਹੜੀਆਂ ਫੈਕਟਰੀਆਂ ਦੇ ਵਿੱਚ ਕੱਪੜਾ ਬਣਦਾ ਹੈ, ਕੋਈ ਹੋਰ ਸਮਾਨ ਬਣਦਾ ਹੈ, ਉਹਦਾ ਰੇਟ ਫਿਕਸ ਉਸ ਕੰਪਨੀ ਦਾ ਮਾਲਕ ਕਰਦਾ ਹੈ ਕਿ ਅਸੀਂ ਇਹ ਜਿਹਾ ਰੇਟ ਇਹ ਨਿਰਧਾਰਿਤ ਕੀਤਾ ਜਾਂਦਾ, ਚਾਹੇ ਉਹ ਟਰੈਕਟਰ ਆ, ਚਾਹੇ ਕਾਰ ਆ, ਚਾਹੇ ਕੱਪੜਾ, ਕੋਈ ਵੀ ਚੀਜ਼ ਆ, ਉਹਦਾ ਰੇਟ ਤੈਅ ਕੰਪਨੀ ਦਾ ਮਾਲਕ ਤੈਅ ਕਰਦਾ ਹੈ। ਤਾਂ ਫਿਰ ਫਸਲਾਂ ਦੇ ਭਾਅ ਕਿਸਾਨ ਕਿਉਂ ਤੈਅ ਨਹੀਂ ਕਰ ਸਕਦਾ? ਕਿ ਇਹ ਕਿਸਾਨ ਕੋਲ ਅਧਿਕਾਰ ਹੋਣਾ ਚਾਹੀਦਾ ਕਿ ਉਹਨੇ ਆਪਣੀ ਫਸਲ ਆ ਜਿਹੜੀ ਕਿੰਨੇ ਨੂੰ ਵੇਚਣੀ ਆ ਜਾਂ ਕਿਵੇਂ ਵੇਚਣੀ ਆ, ਇਹਦੇ ਭਾਅ ਸਰਕਾਰ ਕਿਉਂ ਤੈਅ ਕਰਦੀ ਆ। ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਵੇਂ ਕਿ ਰਾਕੇਸ਼ ਟਿਕੈਤ ਜੀ ਹੋਰੀ ਕਹਿ ਰਹੇ ਨੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਮੈਂ। ਉਹ ਬਾਰ-ਬਾਰ ਪ੍ਰਧਾਨ ਮੰਤਰੀ ਕਹਿੰਦੇ ਰਹੇ ਨੇ ਕਿ 2022 ਦੇ ਵਿੱਚ ਚਲੋ 2 ਸਾਲ ਦੀਆਂ ਫਿਰ ਵਕਫਾ ਰਹਿ ਜਾਊਗਾ ਚੋਣਾਂ ਦਾ। ਪਿਛਲੀ ਵਾਰ ਵੀ ਉਹਨਾਂ ਨੇ ਭਾਵੇਂ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ ਚੋਣਾਂ ਤੋਂ ਪਹਿਲਾਂ, ਫਿਰ ਇਹਨਾਂ ਨੇ 2022 ਦਾ ਜਿਹੜਾ ਟੀਚਾ ਰੱਖ ਲਿਆ। 2022 ਨੂੰ ਵੀ ਹੁਣ ਮਹੀਨੇ 4 ਰਹਿ ਗਏ, ਠੀਕ ਆ, ਉਹ ਵੀ ਆ ਜਾਣੇ। ਪਰ ਹੁਣ ਜਿਵੇਂ ਉਹ ਕਿਸਾਨ ਨੇਤਾ ਰਾਕੇਸ਼ ਟਿਕੈਤ ਜੀ ਕਹਿ ਰਿਹਾ ਕਿ 2022 ਦੇ ਵਿੱਚ ਕਿਸਾਨ ਆਪਣੀਆਂ ਫਸਲਾਂ ਦੁੱਗਣੇ ਭਾਅ ਨੂੰ ਵੇਚੂਗਾ, ਉਹਦੀ ਆਮਦਨ ਹੁਣ ਦੁੱਗਣੀ ਕਰਨੀ ਆ। ਹੁਣ ਜਾਂ ਤਾਂ ਫਿਰ ਉੱਥੋਂ BJP ਦੀ ਲੀਡਰਸ਼ਿਪ ਜਾਂ BJP ਨੂੰ ਪਿਆਰ ਕਰਨ ਵਾਲੇ ਲੋਕ ਇਹ ਕਹਿ ਦੇਣ ਵੀ ਪ੍ਰਧਾਨ ਮੰਤਰੀ ਨੇ ਕਿਹਾ ਨਹੀਂ ਤਾਂ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ, ਜਾਂ ਤਾਂ ਫਿਰ ਉਹ ਪ੍ਰਧਾਨ ਮੰਤਰੀ ਨੂੰ ਝੂਠਾ ਘੋਸ਼ਿਤ ਕਰਨ, ਝੂਠਾ ਕਰਾਰ ਦੇਣ, ਜਾਂ ਫਿਰ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ। ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇਤਾ ਉਹ ਵੀ ਹੁਣ
ਪੂਰੀ ਤਰ੍ਹਾਂ ਸਿਆਣੇ ਹੋ ਗਏ ਨੇ, ਉਹ ਵੀ ਬਿਆਨਬਾਜ਼ੀ ਨੂੰ ਨੋਟ ਕਰਦੇ ਨੇ। ਉਸ ਤਰ੍ਹਾਂ ਦੇ ਜਿਹੜੇ ਕਿ ਜਿਵੇਂ ਸਿਆਸੀ ਨੇਤਾ ਜਿਹੜੇ ਉਹ ਆਪਣੀ ਬਿਆਨਬਾਜ਼ੀ ਕਰਦੇ ਨੇ, ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਉਵੇਂ ਹੀ ਆਪਣੇ ਕਿਸਾਨ ਆ ਜਿਹੜੇ ਉਹਨਾਂ ਦਾ ਪਿੱਚਾਂ ਦੇ ਵਿੱਚ ਹੀ ਲੀਡਰਸ਼ਿਪ ਨੂੰ ਘੇਰਨ ਲੱਗ ਪਏ ਨੇ। ਸਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਲ ਕਰ ਲਈਏ ਤੇ ਹੁਸ਼ਿਆਰਪੁਰ ਦੀ ਇੱਕ ਅਦਾਲਤ ਦੇ ਵਿੱਚ ਅਕਾਲੀ ਦਲ ਦੇ 2 ਸੰਵਿਧਾਨ ਜਿਹੜੇ ਨੇ ਉਸ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ। ਯਾਨੀ ਕਿ ਜਦੋਂ ਗੁਰਦੁਆਰਾ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਨੇ ਤੇ ਉਦੋਂ ਕਹਿੰਦੇ ਨੇ ਕਿ ਅਕਾਲੀ ਦਲ ਧਾਰਮਿਕ ਪਾਰਟੀ ਹੈ, ਤੇ ਜਦੋਂ ਸਿਆਸੀ ਚੋਣਾਂ ਲੜਨੀਆਂ ਹੁੰਦੀਆਂ ਨੇ ਯਾਨੀ ਕਿ ਰਾਜਨੀਤੀ ਦੇ ਵਿੱਚ ਆਉਣਾ ਹੁੰਦਾ ਤੇ ਉਦੋਂ ਰਾਜਨੀਤਿਕ ਪਾਰਟੀ ਦੱਸਿਆ ਜਾਂਦਾ ਆਪਣੇ ਹਲਫਨਾਮੇ ਦੇ ਵਿੱਚ। ਚੋਣ ਕਮਿਸ਼ਨ ਨੂੰ ਜੋ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਸ ਦੇ ਵਿਰੁੱਧ ਪਟੀਸ਼ਨ ਪਾਈ ਗਈ ਸੀ, ਹੁਸ਼ਿਆਰਪੁਰ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ। ਕਮਲ, ਇੱਕ ਬਲਵੰਤ ਸਿੰਘ ਖੇੜਾ ਨੇ ਬਹੁਤ ਬਜ਼ੁਰਗ ਨੇਤਾ ਨੇ, ਉਹਨਾਂ ਨੇ ਕਾਫੀ ਲੰਬਾ ਸਮਾਂ ਪਹਿਲਾਂ, ਕਈ ਸਾਲ ਹੋ ਗਏ, ਉਹਨਾਂ ਨੇ ਅਕਾਲੀ ਦਲ ਦੇ ਜਿਹੜੇ 2 ਸੰਵਿਧਾਨ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਹੋਈ ਹੈ। ਦੇਖੋ, ਇਹ ਗੱਲ ਸਹੀ ਹੈ ਕਿ ਅਕਾਲੀ ਦਲ ਆ ਜਿਹੜੀ ਉਹ ਮੂਲ ਰੂਪ ਦੇ ਵਿੱਚ ਇੱਕ ਪੰਜਾਬੀ ਤੇ ਖੇਤਰੀ ਪਾਰਟੀ ਰਹੀ ਹੈ, ਜਿਹੜੀ ਪੰਜਾਬ ਦੀ ਪ੍ਰਤੀਨਿਧਤਾ ਕਰਦੀ ਰਹੀ ਆ। ਹੁਣ ਤੱਕ ਜਿਹੜੀ ਅਕਾਲੀ ਦਲ ਨੇ ਪੰਜਾਬੀ ਆਦੀ ਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਆ, ਸੰਘੀ ਢਾਂਚੇ ਦੀ ਗੱਲ ਕਰੀ ਆ, ਫੈਡਰਲਿਜ਼ਮ ਦੀ ਗੱਲ ਕੀਤੀ ਆ। ਪਰ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਸੁਖਬੀਰ ਸਿੰਘ ਜਿਹੜੇ ਬਾਦਲ ਨੇ ਉਹਨਾਂ ਨੇ ਪਾਰਟੀ ਦੀ ਬਾਗਡੋਰ ਸੰਭਾਲੀ ਆ ਜਾਂ ਪਾਰਟੀ ਦੇ ਚੋਣਾਂ ਦੀ ਦਖਲਅੰਦਾਜ਼ੀ ਵਧੀ ਆ, ਤਾਂ ਉਹਨਾਂ ਨੇ ਇਸ ਪਾਰਟੀ ਦਾ ਜਿਹੜਾ ਢਾਂਚਾ ਹੈ ਜਾਂ ਉਹਦਾ ਸਰੂਪ ਆ ਉਹ ਥੋੜ੍ਹਾ ਜਿਹਾ ਚੇਂਜ ਕਰ ਦਿੱਤਾ ਗਿਆ। ਹੁਣ ਇਹ ਗੱਲ ਸਹੀ ਹੈ ਕਿ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਤਾਂ ਉੱਥੇ ਨਰੋਲ ਦੱਸਿਆ ਜਾਂਦਾ ਕਿ ਇਹ ਪਾਰਟੀ ਆ ਜਿਹੜੀ ਸਾਡੀ ਨਰੋਲ ਧਾਰਮਿਕ ਪਾਰਟੀ ਆ। ਪਰ ਜਦੋਂ ਉਹਨਾਂ ਨੇ ਸਿਆਸਤ ਦੀ ਗੱਲ ਕਰਨੀ ਆ, ਸਿਆਸੀ ਲੜਾਈ ਲੜਨੀ ਆ, ਉੱਥੇ ਆ ਕੇ ਉਹਨੂੰ ਸਿਆਸੀ ਤੇ ਇੱਕ ਤਰ੍ਹਾਂ ਦੀ ਡੈਮੋਕ੍ਰੈਟਿਕ ਸ਼ੋਅ ਕੀਤਾ ਜਾਂਦਾ ਕਿ ਸਾਡੀ ਪਾਰਟੀ ਆ ਜਿਹੜੀ ਉਹ ਲੋਕਤੰਤਰਿਕ ਤਰੀਕੇ ਨਾਲ ਚੱਲਣ ਵਾਲੀ ਜਿਹੜੀ ਪਾਰਟੀ, ਇਹਦੇ 'ਚ ਕੋਈ ਧਰਮ ਦਾ ਕੋਈ ਲੈਣਾ ਦੇਣਾ ਨਹੀਂ, ਕੋਈ ਸੰਬੰਧ ਨਹੀਂ ਹੈਗਾ। ਇਸ ਕਰਕੇ 2 ਸੰਵਿਧਾਨ ਆ ਜਿਹੜੇ ਇਹਨਾਂ ਦੀ ਅਕਾਲੀ ਦਲ ਨੇ ਬਣਾਏ ਨੇ, ਜਿਹਨੂੰ ਬਲਵੰਤ ਸਿੰਘ ਖੇੜਾ ਹੋਰਾਂ ਨੇ ਚੈਲੰਜ ਕੀਤਾ ਹੋਇਆ। ਲੰਬੇ ਸਮੇਂ ਤੋਂ ਇਹ ਮਾਮਲਾ ਜਿਹੜਾ ਪਹਿਲਾਂ ਸੁਪਰੀਮ ਕੋਰਟ 'ਚ ਤੱਕ ਵੀ ਚਲੇ ਗਿਆ ਸੀਗਾ ਕਿ ਛੇਤੀ ਨਾਲ ਲੜਾਈ ਇਹਦੀ ਸੁਣਵਾਈ ਹੋਵੇ, ਫਿਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਰਤੀ, ਹਦਾਇਤ ਕਰਤੀ ਕਿ ਹਾਈ ਕੋਰਟ ਜਾਓ ਤੁਸੀਂ। ਹਾਈ ਕੋਰਟ ਦੇ ਵਿੱਚ ਅਕਾਲੀ ਦਲ ਨੇ ਸਟੇ ਕਰਨ ਨੂੰ ਕੀਤੀ ਹੋਈ ਸੀਗੀ ਵੀ ਸਮਾਜ ਨੂੰ ਰਿਜੈਕਟ ਕੀਤਾ ਜਾਵੇ, ਸਟੇ ਕੀਤਾ ਜਾਵੇ, ਹੈ ਨਾ, ਪਹਿਲਾਂ, ਅਤੇ ਉੱਥੇ ਸਟੇ ਰਿਹਾ। ਅਤੇ ਹੁਣ ਜਦੋਂ ਇਹ ਗੱਲ ਹੋਈ ਕਿ ਮਾਮਲੇ ਦੀ ਤੇਜ਼ੀ ਨਾਲ ਸੁਣਵਾਈ ਹੋਣੀ ਚਾਹੀਦੀ ਆ, ਬਹੁਤ ਲੰਬਾ ਅਰਸਾ ਹੋ ਗਿਆ, ਤਾਂ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਕਿ ਉਹਨਾਂ ਨੂੰ ਦੇ ਤੇ ਕਿ ਤੁਸੀਂ ਜਿਹੜੀ ਸੰਬੰਧਿਤ ਕੋਰਟ ਆ, ਨਿਚਲੀ ਕੋਰਟ, ਉੱਥੇ ਜਾ ਕੇ ਇਸ ਮਾਮਲੇ ਦੀ ਜਿਹੜੀ ਸੁਣਵਾਈ ਕਰੋ ਅਤੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪੇਸ਼ ਹੋਣ ਦੇ ਵੀ ਉੱਥੇ ਹੁਕਮ ਦਿੱਤੇ। ਇਸ ਤਰ੍ਹਾਂ ਜਿਹੜਾ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਇਹ ਮਾਮਲਾ ਭਾਵੇਂ ਕਿ ਬਹੁਤ ਪੁਰਾਣਾ ਚੱਲ ਰਿਹਾ, ਹੁਣ ਜਿਵੇਂ ਕਿ ਉੱਥੇ ਪੇਸ਼ ਹੋਏ ਨੇ, ਉਹਨਾਂ ਨੇ ਜ਼ਮਾਨਤ ਲਈ ਆ ਅਤੇ ਗੱਲ ਸ਼ੁਰੂ ਹੋ ਗਈ। ਕਿਤੇ ਨਾ ਕਿਤੇ ਟੈਕਨੀਕਲ ਮਾਮਲਾ ਹੈਗਾ, ਇਹਦੇ ਵਿੱਚ ਕੋਈ ਬਹੁਤੀ ਇਹ ਨਹੀਂ ਹੈਗੀ ਵੀ ਗਵਾਹੀਆਂ ਹੋਣਗੀਆਂ, ਕੋਈ ਹੋਰ ਹੋਣਾ, ਅਤੇ ਸੁਣਵਾਈ ਛੇਤੀ ਹੋ ਵੀ ਸਕਦੀ ਆ, ਨਹੀਂ ਵੀ ਹੋ ਸਕਦੀ, ਕਿਉਂਕਿ ਆਪਾਂ ਇਹ ਅਦਾਲਤ ਦਾ ਮਾਮਲਾ, ਅਦਾਲਤ ਨੇ ਕਦੋਂ ਕੀ ਸੁਣਵਾਈ ਕਰਨੀ ਆ, ਕੀ ਟੈਕਨੀਕਲ ਗੱਲਾਂ ਹੁੰਦੀਆਂ। ਵਕੀਲ ਇੱਕ ਤੋਂ ਬਾਅਦ ਇੱਕ ਐਪਲੀਕੇਸ਼ਨ ਦਿੰਦੇ ਨੇ, ਫਿਰ ਉਹਦੇ ਬਾਅਦ ਮਾਮਲਾ ਲਟਕ ਜਾਂਦਾ। ਅਤੇ ਉਹਦੇ ਵਿੱਚ ਇਹੀ ਆ ਵੀ ਕਿ ਹੁਣ ਸੁਖਬੀਰ ਬਾਦਲ ਹੋਰਾਂ ਦੇ ਉਹਨੇ ਉੱਥੇ ਆਪਣੀ ਜ਼ਮਾਨਤ ਲਈ ਹੈ ਅਤੇ ਪਾਰਟੀ ਦੇ ਜਿਹੜੀਆਂ ਕਿਤੇ ਨਾ ਕਿਤੇ ਘਿਰਦੀ ਆ ਜਿਹੜੀ ਨਜ਼ਰ ਆਉਂਦੀ ਆ। ਆਉਣ ਵਾਲਾ ਫੈਸਲਾ ਕੀ ਹੋਵੇਗਾ ਇਹ ਤਾਂ ਹੁਣ ਪਤਾ ਨਹੀਂ, ਸਮੇਂ ਦੇ ਗਰਭ ਵਿੱਚ ਆ। ਪਰ ਇੰਨਾ ਕੁ ਜ਼ਰੂਰ ਆ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਜਿਹੜੇ ਉਹਨਾਂ ਦੇ ਬੁਲਾਰੇ ਆ, ਜਿਨ੍ਹਾਂ ਨੇ ਸੰਵਿਧਾਨ ਉੱਪਰ ਦਸਤਖਤ ਕੀਤੇ ਹੋਏ ਆ, ਉਹਨਾਂ ਦੀ ਜਿਹੜੀ ਚਿੰਤਾ ਹੈ ਉਹ ਜ਼ਰੂਰ ਵੱਧ ਗਈ ਹੈ। ਸਰ, ਇੱਕ ਹੋਰ ਬੜੀ ਗੱਲ ਚੱਲ ਕੇ ਆ ਰਹੀ ਹੈ ਕਿ ਲੰਘੇ ਦਿਨੀ ਸੁਖਬੀਰ ਬਾਦਲ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਫੋਨ ਆਉਣ ਦੀ ਗੱਲ ਕੀਤੀ ਸੀ ਕਿ ਗੁਰਨਾਮ ਸਿੰਘ ਚੜੂਨੀ ਉਹਨਾਂ ਨੂੰ ਫੋਨ ਕਰਦੇ ਨੇ ਤੇ ਕਰਨਾਲ ਮੋਰਚੇ ਦੇ ਲਈ ਜਿਹੜਾ ਲੰਗਰ ਹੈ ਮੰਗਵਾਉਂਦੇ ਨੇ। ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਸਾਹਮਣੇ ਆਉਂਦੇ ਨੇ ਤੇ ਬਹੁਤ ਜ਼ਿਆਦਾ ਜਿਹੜੀ ਸੇਵਾ ਭਾਵਨਾ ਦੀ ਸ਼ਬਦਾਵਲੀ ਸੁਖਬੀਰ ਬਾਦਲ ਦੇ ਲਈ ਵਰਤੀ ਗਈ, ਯਾਨੀ ਕਿ ਬੜੇ ਗੁੱਸੇ ਦੇ ਨਾਲ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਮੈਨੂੰ ਸੁਖਬੀਰ ਬਾਦਲ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ, ਲੰਗਰ ਦਾ ਦੇਵਤਾ ਸੁਖਬੀਰ ਬਾਦਲ ਨਹੀਂ ਹੈ। ਕਮਲ, ਇਹ ਉਦੋਂ ਹੀ ਜਦੋਂ ਸੁਖਬੀਰ ਸਿੰਘ ਬਾਦਲ ਹੁਸ਼ਿਆਰਪੁਰ ਦੀ ਕੋਰਟ 'ਚ ਪੇਸ਼ ਹੋਇਆ, ਉਦੋਂ ਹੀ ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹ ਗੱਲ ਆ ਜਿਹੜੀ ਦੱਸੀ ਹੈ ਕਿ ਅਸੀਂ ਜਿਹੜੇ ਕਰਨਾਲ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਹੋਇਆ, ਉਹ ਅਸੀਂ ਉਹਨਾਂ ਨੂੰ ਉੱਥੇ ਲੰਗਰ ਪਾਣੀ ਦੀ ਜਿਹੜੀ ਸੇਵਾ ਹੈ ਉਹ ਪਹੁੰਚਾ ਰਿਹਾ। ਵੀ ਉਹਨਾਂ ਨੇ ਗੱਲ ਆ ਜਿਹੜੀ ਗੁਰਨਾਮ ਸਿੰਘ ਚੜੂਨੀ ਉਹਨਾਂ ਨਾਲ ਜੋੜ ਦਿੱਤੀ ਕਿ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ। ਉਹ ਤੋਂ ਬਾਅਦ ਮੈਂ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੇ ਜਾਂ ਬੀਬੀ ਜਗੀਰ ਕੌਰ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ,
ਉਹਨਾਂ ਨੂੰ ਇਹ ਸੇਵਾ ਲਾਈ ਆ ਜਾਂ ਉਹਨਾਂ ਨੂੰ ਕਿਹਾ ਕਿ ਉੱਥੇ ਜਿਹੜਾ ਲੰਗਰ ਆ ਪਹੁੰਚਾਇਆ ਜਾਵੇ। ਪਿਛਲੇ ਤੁਹਾਡੇ ਯਾਦ ਹੋਵੇਗਾ ਕਾਫੀ ਸਮੇਂ ਤੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਆ ਬੀਬੀ ਜਗੀਰ ਕੌਰ ਜਾਂ ਉਹਨਾਂ ਦੇ ਹੋਰ ਆਗੂ, ਉਹ ਵੀ ਵਾਰ-ਵਾਰ ਇਹੀ ਗੱਲ ਕਹਿ ਰਹੇ ਆ ਕਿ ਜਿੱਥੇ ਵੀ ਕੋਈ ਇਹਨਾਂ ਦਾ ਮੋਰਚਾ ਹੁੰਦਾ ਲੱਗਦਾ ਕਿਸਾਨਾਂ ਦਾ ਜਾਂ ਕੋਈ ਹੁੰਦੀ ਆ ਕਿ ਅਸੀਂ ਲੰਗਰ ਪਹੁੰਚਾ ਰਹੇ ਆ, ਅਸੀਂ ਕਿਸਾਨਾਂ ਵਾਸਤੇ ਇਹ ਕਰ ਰਹੇ ਆ, ਅਸੀਂ ਕਿਸਾਨਾਂ ਵਾਸਤੇ ਉਹ ਕਰ ਰਹੇ ਆ, ਅਸੀਂ ਕਿਸਾਨਾਂ ਦੀ ਮਦਦ ਕਰ ਰਹੇ ਆ। ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਲੀਡਰਸ਼ਿਪ ਆ ਜਿਹੜੀ ਉਹ ਵੀ ਇਹੀ ਗੱਲ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨਾਂ ਦੀ ਮਦਦ ਕਰਦੇ ਹਾਂ। ਅਸਲ ਵਿੱਚ ਹੋ ਕਿਆ ਰਿਹਾ ਕਿ ਜਿਹੜੇ ਕਿਸਾਨ ਨੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਖਾਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਪਰਿਵਾਰ ਦਾ ਕਾਫੀ ਵਿਰੋਧ ਕਰ ਰਹੇ ਨੇ, ਕਿਉਂਕਿ ਜਦੋਂ ਇਹ ਕਾਨੂੰਨਾਂ ਨੇ ਹਲੇ ਅਮਲੀ ਰੂਪ ਨਹੀਂ ਸੀ ਲੈਣਾ, ਜਦੋਂ ਇਹ ਆਰਡੀਨੈਂਸ ਆਇਆ ਕੈਬਨਿਟ ਦੇ ਵਿੱਚ ਆਇਆ, ਉਹਦੇ ਬਾਅਦ ਲੋਕ ਸਭਾ ਦੇ ਵਿੱਚ ਪੇਸ਼ ਹੋਣ ਤੱਕ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਜਿਹੜੇ ਬਾਕੀ ਲੀਡਰ ਤੇ ਉਹ ਇਹ ਕਾਨੂੰਨ ਦੀ ਸ਼ਲਾਘਾ ਕਰਦੇ ਰਹੇ ਨੇ। ਇਹ ਕਿਤੇ ਨਾ ਕਿਤੇ ਬੀਜੇਪੀ ਦੇ ਹੱਕ 'ਚ ਭੁਗਤਦੇ ਰਹੇ ਨੇ, ਪ੍ਰਧਾਨ ਮੰਤਰੀ ਦੇ ਹੱਕ 'ਚ ਭੁਗਤਦੇ ਰਹੇ ਨੇ। ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹਨਾਂ ਦੇ ਇਹ ਗੁਣ ਗਾਉਂਦੇ ਰਹੇ ਨੇ ਕਿ ਸਾਨੂੰ ਤਾਂ ਉਹਨਾਂ ਨੇ ਚਿੱਠੀ ਲਿਖ ਕੇ ਦੇਤੀ ਕਿ ਕਾਨੂੰਨ ਆ ਜਿਹੜੇ ਇਹ ਠੀਕ ਬਹੁਤ ਵਧੀਆ ਹੈ, ਕਿਸਾਨਾਂ ਵਾਸਤੇ ਲਾਹੇਵੰਦ ਆ, ਜਿਹੜੀਆਂ ਮੰਡੀਆਂ ਖਤਮ ਨਹੀਂ ਹੋਣਗੀਆਂ ਵਗੈਰਾ ਵਗੈਰਾ। ਇਹ ਜਾਣੀ ਕਿ ਪੂਰਾ ਇੱਕ ਤਰ੍ਹਾਂ ਦਾ ਕੇਂਦਰ ਸਰਕਾਰ ਦੇ ਪੱਖ 'ਚ ਭੁਗਤੇ। ਜਦੋਂ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ, ਕਿਸਾਨਾਂ ਦਾ ਗੁੱਸਾ ਜਿਹੜਾ ਬਹੁਤ ਵੱਧਦਾ ਗਿਆ, ਕਿਸਾਨ ਕ੍ਰੋਧਿਤ ਹੁੰਦੇ ਰਹੇ, ਅਗਰੈਸਿਵ ਹੁੰਦੇ ਰਹੇ, ਤਾਂ ਜਾ ਕੇ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਯੂ ਟਰਨ ਲਿਆ, ਜਿਸ ਕਰਕੇ ਇਹ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਤੁਸੀਂ ਜਦ ਜਾਂਦੇ ਆ ਜਾਂ ਦੇਖਦੇ ਆਪਾਂ, ਇਹ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਕਰਕੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਵਾਰ-ਵਾਰ ਇਹੀ ਬਿਆਨਬਾਜ਼ੀ ਕਰਦੀ ਆ ਜਾਂ ਕਿ ਅਸੀਂ ਇਹ ਸ਼ੋਅ ਕੀਤਾ ਜਾ ਸਕੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਹਰ ਸੇਵਾ ਦੇ ਵਿੱਚ ਹਾਜ਼ਰ ਆ, ਕਿਸਾਨਾਂ ਦੀ ਹਰ ਮਦਦ ਕਰਨ ਵਾਸਤੇ ਤਿਆਰ ਆ। ਇਸ ਕਰਕੇ ਮੈਨੂੰ ਲੱਗਦਾ ਗੁਰਨਾਮ ਸਿੰਘ ਚੜੂਨੀ ਉਹਨਾਂ ਨੇ ਇੱਕ ਗੱਲ ਤਾਂ ਠੀਕ ਕਹੀ ਆ ਕਿ ਜਿਹੜੇ ਗੁਰਦੁਆਰੇ ਆ ਉਹ ਸਭ ਦੇ ਸਾਂਝੇ ਹੁੰਦੇ ਨੇ। ਗੁਰਦੁਆਰਿਆਂ ਵਾਸਤੇ ਕਿਸੇ ਖਾਸ ਧਿਰ ਦਾ ਕੋਈ ਠੇਕੇਦਾਰ ਨਹੀਂ ਹੋ ਸਕਦਾ। ਗੁਰਦੁਆਰਿਆਂ ਦੇ ਜਿਹੜੇ ਦਰਵਾਜ਼ੇ ਆ ਸਾਰਿਆਂ ਵਾਸਤੇ ਖੁੱਲ੍ਹੇ ਆ, ਠੀਕ ਆ। ਗੁਰੂ ਸਾਹਿਬ ਨੇ ਵੀ ਕਿਹਾ ਕਿ 4 ਵਰਨਾਂ ਨੂੰ ਸਾਂਝਾ ਸੰਦੇਸ਼ ਹੈ ਨਾ, ਉਹ ਉੱਥੇ ਵੀ ਸਾਰੀ ਜਿਹੜੀ ਆਪਣੀ ਗੁਰੂ ਦੇ ਦੁਆਰ ਨੇ ਉਹ ਸਾਰਿਆਂ ਵਾਸਤੇ ਖੁੱਲ੍ਹੇ ਨੇ। ਇਸ ਕਰਕੇ ਮੈਨੂੰ ਲੱਗਦਾ ਨਹੀਂ ਵੀ ਅਜਿਹਾ ਬਿਆਨ ਆ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦੇਣਾ ਵੀ ਚਾਹੀਦਾ। ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਦੀ ਮਦਦ ਕਰਦੀ ਆ, ਲੰਗਰ ਲਾਉਂਦੀ ਆ, ਸਾਰਾ ਕੁਛ ਕਰਦੀ ਆ, ਆਪਾਂ ਮੰਨਦੇ ਵੀ ਲਾ ਰਹੀ ਹੈ। ਇਹ ਸਾਡਾ ਧਰਮ ਤੇ ਫਰਜ਼ ਬਣਦਾ ਧਾਰਮਿਕ ਤੌਰ 'ਤੇ ਕਿ ਸਾਡੇ ਗੁਰੂਆਂ ਪੀਰਾਂ ਨੇ ਜਿਹੜੇ ਪੈਗੰਬਰ ਨੇ ਉਹਨਾਂ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਅਸੀਂ ਗਰੀਬ ਦੀ ਜਾਂ ਲੋੜਵੰਦ ਦੀ ਮਦਦ ਕਰਨੀ ਆ, ਤੇ ਹੁਣ ਤੱਕ ਅਸੀਂ ਕਰਦੇ ਆ ਰਹੇ। ਸਾਡਾ ਜਿਹੜਾ ਸਿੱਖਾਂ ਦਾ ਜਿਹੜੀ ਇੱਕ ਧਰਮ ਆ ਜਾਂ ਸਿੱਖ ਦੀ ਇੱਕ ਰਵਾਇਤ ਆ ਕਿ ਉਹਨਾਂ ਤੇ ਹਮੇਸ਼ਾ ਲੰਗਰ ਲਾਏ ਨੇ, ਕਿੱਡੀ ਕਿੱਡੀ ਦੂਰ ਤੱਕ ਲੰਗਰ ਲਾਏ ਨੇ। ਇਹ ਸਾਨੂੰ ਦੱਸਣ ਦੀ ਲੋੜ ਨਹੀਂ, ਸਭ ਨੂੰ ਪਤਾ ਹੈ। ਦੁਨੀਆ ਭਰ ਦੇ ਵਿੱਚ ਵੱਸਦੇ ਲੋਕਾਂ ਨੂੰ ਇਹ ਗੱਲ ਪਤਾ ਵੀ ਜਦੋਂ ਵੀ ਕੋਈ ਔਕੜ, ਮੁਸ਼ਕਲ, ਮੁਸੀਬਤ ਆਉਂਦੀ ਆ ਤਾਂ ਸਭ ਤੋਂ ਅੱਗੇ ਜੇ ਪਹੁੰਚਦੇ ਨੇ ਤਾਂ ਸਿੱਖ ਪਹੁੰਚਦੇ ਨੇ। ਸਿੱਖ ਕੌਣ ਨੇ? ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਕਹਿ ਲਓ, ਚਾਹੇ ਕੋਈ ਹੋਰ ਕਹਿ ਲਓ। ਜੇ ਕੋਈ ਸੇਵਾ ਵਾਸਤੇ ਅੱਗੇ ਆਉਂਦੇ ਆ ਤਾਂ ਉਹਦੇ 'ਚ ਸਿੱਖ ਆਉਂਦੇ ਨੇ। ਇਸ ਕਰਕੇ ਇਹਨਾਂ ਛੋਟੀਆਂ ਇਹ ਗੱਲਾਂ ਕਰਨੀਆਂ, ਇਹ ਬਹੁਤ ਛੋਟੀਆਂ ਗੱਲਾਂ ਹੁੰਦੀਆਂ, ਇੱਕ ਤਰ੍ਹਾਂ ਦਾ ਧਰਮ ਦਾ ਅਪਮਾਨ ਕਰਨ ਦੇ ਬਰਾਬਰ ਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਅਕਾਲੀ ਲੀਡਰਸ਼ਿਪ ਨੂੰ ਕਰਨ ਦੀ ਜ਼ਰੂਰਤ ਨਹੀਂ। ਸਭ ਤੋਂ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਆ, ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਆਪਣੇ ਆਪ ਪਤਾ ਲੱਗ ਜਾਂਦਾ ਵੀ ਕੌਣ ਕਿਹਦੀ ਕਿੰਨੀ ਕੁ ਮਦਦ ਕਰ ਰਿਹਾ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਸ ਦਿਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਆਖਿਰਕਾਰ RSS ਦੀ ਜਿਹੜੀ ਟੀਮ ਹੈ, RSS ਦੇ ਜਿਹੜੇ ਨੁਮਾਇੰਦੇ ਨੇ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਕਿਉਂ ਕਰ ਰਹੇ ਨੇ, ਯਾਨੀ ਕਿ ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰ ਦੀ ਮੰਗ ਕਿਉਂ ਕਰ ਰਹੇ ਨੇ ਔਰ MSP ਨੂੰ ਯਕੀਨੀ ਬਣਾਉਣ ਦੀ ਮੰਗ ਕਿਉਂ ਕਰ ਰਹੇ ਨੇ। ਇਸ ਪਿੱਛੇ ਦੀ ਰਣਨੀਤੀ ਸਰ ਨੇ ਬੜੀ ਬਾਖੂਬੀ ਦੱਸੀ ਹੈ ਕਿ ਕਿਸਾਨਾਂ ਨੂੰ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ, ਹਾਂ ਪਰ MSP ਦੀ ਜਿਹੜੀ ਗੱਲ ਹੈ ਉਸ ਦੇ ਨਾਲ ਜ਼ਰੂਰ ਫਾਇਦਾ ਹੋਏਗਾ, ਪਰ ਕਿਸਾਨਾਂ ਦੇ ਹਿੱਤ ਦੇ ਲਈ ਇਹ ਕੋਈ ਵੀ ਪ੍ਰਦਰਸ਼ਨ ਜਿਹੜਾ ਹੈ ਉਹ ਨਹੀਂ ਹੋ ਰਿਹਾ। ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਜ਼ਮਾਨਤ ਮਿਲ ਗਈ ਹੈ। ਅਕਾਲੀ ਦਲ ਦੇ ਜਿਹੜੇ 2 ਸੰਵਿਧਾਨ ਉਹਨਾਂ ਵੱਲੋਂ ਪੇਸ਼ ਕੀਤੇ ਜਾਂਦੇ ਨੇ, ਅਲੱਗ-ਅਲੱਗ ਹਲਫਨਾਮੇ ਧਾਰਮਿਕ ਚੋਣਾਂ ਤੇ ਸਿਆਸੀ ਚੋਣਾਂ ਦੇ ਵਿੱਚ ਦਿੱਤੇ ਜਾਂਦੇ ਨੇ, ਉਸ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਸਪੈਸ਼ਲ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ, ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।